ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀਤ ਹਰਜੀਤ। ਤੁਸੀਂ ਚੌਹਾਨ ਐਂਟਰਟੇਨਮੈਂਟ ਦੇਖ ਰਹੇ ਹੋ। ਅੱਜ ਮੈਂ ਤੁਹਾਡੇ ਨਾਲ ਰਜਿੰਦਰ ਸਿੰਘ ਢੱਡਾ ਦੀ ਕਹਾਣੀ ਨੋ ਐਂਟਰੀ ਸਾਂਝੀ ਕਰ ਰਿਹਾ। ਨਿਰਮਲ ਸਿੰਘ ਸਾਇੰਸ ਮਾਸਟਰ ਸੀ। ਉਹ ਆਪਣੇ ਪਿੰਡ ਤੋਂ ਕੋਈ 50 ਕੁ ਮੀਲ ਦੂਰ ਪੜ੍ਹਾ ਰਿਹਾ ਸੀ। ਉਸਦੀ ਘਰਵਾਲੀ ਗੁਰਕਮਲ ਕੌਰ ਸ਼ਹਿਰ ਵਿਖੇ ਕਿਸੇ ਮਾਡਲ ਸਕੂਲ ਵਿੱਚ ਪੜ੍ਹਾਉਂਦੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਨਿਰਮਲ ਸਿੰਘ ਦੀ ਬਦਲੀ ਇਸੇ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਗਈ। ਸ਼ਹਿਰ ਤੋਂ ਉਹਨਾਂ ਦਾ ਆਪਣਾ ਪਿੰਡ ਕੋਈ 15-20 ਕਿਲੋਮੀਟਰ ਦੂਰ ਸੀ। ਉਹਨਾਂ ਦੇ ਇੱਕ ਬੇਟਾ ਸੀ ਜੋ ਤਕਰੀਬਨ 5 ਕੁ ਸਾਲ ਦਾ ਸੀ। ਹਰ ਰੋਜ਼ ਉਹਨਾਂ ਨੂੰ ਆਪਣੇ ਬੱਚੇ ਨੂੰ ਲੈ ਕੇ ਸ਼ਹਿਰ ਵਿਖੇ ਸਕੂਲ ਨੂੰ ਜਾਣਾ ਪੈਂਦਾ ਸੀ। ਨਿਰਮਲ ਸਿੰਘ ਦੀ ਮਾਂ ਛੋਟੇ ਹੁੰਦੀ ਦੀ ਮਰ ਗਈ ਸੀ ਜਦੋਂ ਉਸ ਦੀ ਉਮਰ ਤਕਰੀਬਨ 8-9 ਸਾਲ ਦੀ ਹੋਵੇਗੀ। ਉਸ ਦਾ ਬਾਪ ਦਿਲਾਵਰ ਸਿੰਘ ਫੌਜ ਵਿੱਚ ਸੀ। ਘਰਵਾਲੀ ਦੀ ਮੌਤ ਤੋਂ ਬਾਅਦ ਦਿਲਾਵਰ ਸਿੰਘ ਨੇ ਫੌਜ ਵਿੱਚੋਂ ਰਿਟਾਇਰਮੈਂਟ ਲੈ ਲਈ ਤਾਂ ਕਿ ਉਹ ਆਪਣੇ ਬੱਚੇ ਦੀ ਦੇਖ-ਰੇਖ ਕਰ ਸਕੇ। ਰਿਸ਼ਤੇਦਾਰਾਂ ਦੇ ਲੱਖ ਸਮਝਾਉਣ 'ਤੇ ਵੀ ਦਿਲਾਵਰ ਸਿੰਘ ਦੂਜੇ ਵਿਆਹ ਵਾਸਤੇ ਨਾ ਮੰਨਿਆ, ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਮੈਂ ਦੂਸਰਾ ਵਿਆਹ ਕਰਵਾ ਲਿਆ ਤਾਂ ਮੇਰੇ ਆਪਣੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ। ਉਸਨੇ ਆਪਣੇ ਬੱਚੇ ਦੀ ਪੂਰੀ ਪਰਵਰਿਸ਼ ਕੀਤੀ, ਉਸ ਨੂੰ ਪੜ੍ਹਾਇਆ ਲਿਖਾਇਆ ਅਤੇ ਉਹ ਅੱਜ ਸਕੂਲ ਮਾਸਟਰ ਬਣ ਗਿਆ। ਹਰ ਰੋਜ਼ ਨਿਰਮਲ ਸਿੰਘ ਨੂੰ ਘਰਵਾਲੀ ਅਤੇ ਬੱਚੇ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਸ਼ਹਿਰ ਆਉਣਾ ਜਾਣਾ ਪਰੇਸ਼ਾਨੀ ਕਰਨ ਲੱਗਿਆ। ਇੱਕ ਦਿਨ ਉਹਨਾਂ ਬਾਪ ਨਾਲ ਸਲਾਹ ਮਸ਼ਵਰਾ ਕਰਕੇ ਸ਼ਹਿਰ ਕਿਰਾਏ 'ਤੇ ਮਕਾਨ ਲੈਣ ਦਾ ਫੈਸਲਾ ਕਰ ਲਿਆ। ਥੋੜ੍ਹੀ ਨੱਠ ਭੱਜ ਕਰਨ ਨਾਲ ਉਹਨਾਂ ਨੂੰ ਇੱਕ ਮੁਹੱਲੇ ਵਿੱਚ 2 ਬੈੱਡਰੂਮ ਵਾਲਾ ਮਕਾਨ ਕਿਰਾਏ 'ਤੇ ਮਿਲ ਗਿਆ। ਸ਼ਹਿਰਾਂ ਵਿੱਚ ਕਿਰਾਏ 'ਤੇ ਮਕਾਨ ਲੈਣ ਲਈ ਕਚਹਿਰੀਆਂ ਵਿੱਚ ਲਿਖਤ ਪੜ੍ਹਨ ਕਰਨੀ ਪੈਂਦੀ ਹੈ, ਜੋ ਨਿਰਮਲ ਸਿੰਘ ਨੂੰ ਵੀ ਕਰਨੀ ਪਈ। ਉਹ ਆਪਣਾ ਸਾਜੋ ਸਮਾਨ ਲੈ ਕੇ ਸ਼ਹਿਰ ਮਕਾਨ ਵਿੱਚ ਸ਼ਿਫਟ ਹੋ ਗਏ। ਬੱਚਿਆਂ ਦੇ ਜਾਣ ਨਾਲ ਉਹਨਾਂ ਦੇ ਬਾਪ ਨੂੰ ਕੋਈ ਬਹੁਤਾ ਫਰਕ ਨਹੀਂ ਪਿਆ, ਕਿਉਂਕਿ ਰੋਟੀ ਪਾਣੀ ਛੋਟੇ ਭਰਾ ਦੇ ਘਰੋਂ ਆਉਣ ਲੱਗ ਪਿਆ। ਉਂਝ ਵੀ ਪਿੰਡ ਵਿੱਚ ਉਸ ਦਾ ਆਪਣਾ ਕਾਫੀ ਅਸਰ ਰਸੂਖ ਸੀ। ਸ਼ਹਿਰ ਵਿੱਚ ਆਮ ਤੌਰ 'ਤੇ ਆਂਢੀਆਂ ਗੁਆਂਢੀਆਂ ਨਾਲ ਬਹੁਤਾ ਮੇਲ ਮਿਲਾਪ ਨਹੀਂ ਹੁੰਦਾ, ਪਰ ਫਿਰ ਵੀ ਗੁਰਕਮਲ ਨੇ ਉਹਨਾਂ ਨਾਲ ਆਪਣੀ ਜਾਣ ਪਛਾਣ ਬਣਾ ਲਈ ਸੀ। 1-2 ਦਿਨਾਂ ਵਿੱਚ ਹੀ ਉਸ ਨੂੰ ਸਾਹਮਣੇ ਘਰ ਵਿੱਚ ਬੰਦਿਆਂ ਤੋਂ ਔਰਤਾਂ ਦੀ ਆਵਾਜਾਈ ਦਿਖਾਈ ਦੇਣ ਲੱਗੀ। ਗੁਰਕਮਲ ਵਿੱਚ ਇਸ ਆਵਾਜਾਈ ਨੂੰ ਲੈ ਕੇ ਉਤਸੁਕਤਾ ਵਧੀ। ਉਸਨੇ ਇੱਕ ਦਿਨ ਸਾਰੇ ਗੁਆਂਢੀਆਂ ਦੀ ਜਨਾਨੀਆਂ ਨਾਲ ਗੱਲ ਕੀਤੀ। ਉਸਨੇ ਦੱਸਿਆ ਕਿ ਇਸ ਘਰ ਵਿੱਚ ਇੱਕ ਬੁੱਢੀ ਔਰਤ ਰਹਿੰਦੀ ਹੈ। ਉਸ ਦਾ ਆਪਣਾ ਕੋਈ ਨਹੀਂ, ਉਹ ਇਕੱਲੀ ਕਾਰੀ ਜਨਾਨੀ ਹੈ, ਪਰ ਇਸ ਨੇ ਇੱਥੇ ਇੱਕ ਕਿਸਮ ਦਾ ਬਦਕਾਰੀ ਦਾ ਅੱਡਾ ਚਲਾਇਆ ਹੋਇਆ ਹੈ। ਇਹ ਗੱਲ ਸੁਣ ਕੇ ਗੁਰਕਮਲ ਨੂੰ ਧੱਕਾ ਲੱਗਿਆ। ਭੈਣ ਜੀ, ਤੁਸੀਂ ਸਾਰੇ ਮਿਲ ਕੇ ਇਸ ਨੂੰ ਰੋਕਦੇ ਕਿਉਂ ਨਹੀਂ? ਭੈਣ ਜੀ, ਸਾਡੇ ਬੰਦਿਆਂ ਨੇ ਇਸ ਦੇ ਘਰ ਜਾ ਕੇ ਇਸ ਧੰਦੇ ਨੂੰ ਬੰਦ ਕਰਨ ਲਈ ਕਿਹਾ। ਉਹ ਬੜੀ ਢੀਠ ਜਨਾਨੀ ਹੈ। ਉਹ ਅੱਗਿਓਂ ਕਹਿੰਦੀ ਹੈ ਕਿ ਮੇਰੇ ਘਰੇ ਕੋਈ ਆਵੇ ਕੋਈ ਜਾਵੇ, ਤੁਹਾਨੂੰ ਇਸ ਨਾਲ ਕੋਈ ਮਤਲਬ ਨਹੀਂ। ਮੈਨੂੰ ਮੇਰੇ ਰਿਸ਼ਤੇਦਾਰ ਕੋਈ ਮੇਰਾ ਜਾਣਕਾਰ ਮਿਲਣ ਆ ਸਕਦਾ ਹੈ। ਜਦ ਮੈਂ ਤੁਹਾਡੇ ਘਰੀ ਕੌਣ ਆਉਂਦਾ ਹੈ ਕੌਣ ਜਾਂਦਾ ਨਹੀਂ ਪੁੱਛਣ ਆਉਂਦੀ, ਤਾਂ ਤੁਸੀਂ ਕੌਣ ਹੁੰਦੇ ਹੋ ਮੇਰੇ ਘਰ ਵਿੱਚ ਦਖਲ ਦੇਣ ਵਾਲੇ? ਫਿਰ ਭੈਣ ਜੀ, ਪੁਲਿਸ ਨੂੰ ਰਿਪੋਰਟ ਕਰਨੀ ਸੀ। ਕੀਤੀ ਸੀ। 1-2 ਵਾਰ ਪੁਲਿਸ ਆਈ ਵੀ, ਪਰ ਉਹ ਕਹਿ ਕੇ ਚੱਲਦੇ ਬਣੇ ਕਿ ਸਾਡੀ ਜਾਂਚ ਵਿੱਚ ਇਸ ਘਰ ਵਿੱਚ ਕੋਈ ਗਲਤ ਕੰਮ ਨਹੀਂ ਹੁੰਦਾ। ਇਸ ਮੁਹੱਲੇ ਵਿੱਚ ਇਹ ਘਰ ਸਾਰਿਆਂ ਤੋਂ ਵੱਡਾ ਸੀ। ਚਾਰੇ ਪਾਸੇ ਉੱਚੀ ਦੀਵਾਰ ਸੀ ਅਤੇ ਵਿਚਕਾਰ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਸੀ। ਰਾਤ ਨੂੰ ਗੁਰਕਮਲ ਨੇ ਆਪਣੇ ਆਦਮੀ ਨਾਲ ਇਸ ਸੰਬੰਧੀ ਗੱਲ ਕੀਤੀ। ਦੇਖੋ ਕਮਲ, ਨਿਰਮਲ ਅਕਸਰ ਆਪਣੀ ਘਰਵਾਲੀ ਨੂੰ ਕਮਲ ਕਹਿ ਕੇ ਬੁਲਾਉਂਦਾ ਸੀ। ਆਪਾਂ ਇੱਥੇ ਨਵੇਂ ਆਏ ਹਾਂ, ਸਾਨੂੰ ਕੋਈ ਹੱਕ ਨਹੀਂ ਕਿ ਆਪਾਂ ਬਿਨਾਂ ਕਿਸੇ ਮਤਲਬ ਦੇ ਕਿਸੇ ਘਰ ਵਿੱਚ ਝਾਕੀਏ। ਇਹ ਲੋਕ ਕਦੋਂ ਦੇ ਇੱਥੇ ਰਹਿ ਰਹੇ ਨੇ, ਜਦ ਇਸ ਦਾ ਕੁਝ ਨਹੀਂ ਵਿਗਾੜ ਸਕੇ। ਆਪਾਂ ਨੂੰ ਕੀ ਜ਼ਰੂਰਤ ਇਸ ਪੰਗੇ ਵਿੱਚ ਪੈਣ ਦੀ? ਨਿਰਮਲ ਸਿੰਘ ਨੇ ਆਪਣੀ ਘਰਵਾਲੀ ਨੂੰ ਤਾੜਨਾ ਕਰ ਦਿੱਤੀ ਕਿ ਦੂਸਰਿਆਂ ਦੇ ਘਰਾਂ ਵਿੱਚ ਇੰਟਰਫੇਅਰ ਕਰਨ ਦੀ ਜ਼ਰੂਰਤ ਨਹੀਂ। ਹੁਣ ਉਹ ਆਪਣੇ ਇਸ ਘਰ ਵਿੱਚ ਪੂਰੀ ਤਰ੍ਹਾਂ ਸੈੱਟ ਹੋ ਗਏ ਸਨ। ਉਹਨਾਂ ਸਲਾਹ ਕੀਤੀ ਕਿ ਪਿਤਾ ਜੀ ਨੂੰ ਇੱਥੇ ਲਿਆਂਦਾ ਜਾਏ। ਅਗਲੇ ਐਤਵਾਰ ਜਦੋਂ ਪਿੰਡ ਗਏ ਤਾਂ ਆਉਂਦੇ ਹੋਏ ਆਪਣੇ ਡੈਡੀ ਦਿਲਾਵਰ ਸਿੰਘ ਨੂੰ ਵੀ ਨਾਲ ਲੈ ਆਏ।
ਦਿਲਾਵਰ ਸਿੰਘ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਰੱਖਦਾ। ਉਸਦੀ ਆਪਣੀ ਉਮਰ ਤਾਂ ਲਗਭਗ 55 ਜਾਂ 60 ਦੇ ਵਿਚਕਾਰ ਹੋਵੇਗੀ। ਅਜੇ ਉਸ ਨੂੰ ਬੁੱਢਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੀ। ਇੱਕ ਦੋ ਦਿਨਾਂ ਵਿੱਚ ਹੀ ਗੁਰਕਮਲ ਨੇ ਡੈਡੀ ਨੂੰ ਸਾਹਮਣੇ ਘਰ ਵਿੱਚ ਜੋ ਹੋ ਰਿਹਾ ਸੀ ਉਸਦੀ ਜਾਣਕਾਰੀ ਦੇ ਦਿੱਤੀ ਅਤੇ ਨਾਲ ਹੀ ਕਿਹਾ ਕਿ ਡੈਡੀ ਜੀ, ਸਾਥੋਂ ਗਲਤੀ ਹੋ ਗਈ। ਅਸੀਂ ਇੱਥੋਂ ਦੇ ਮਾਹੌਲ ਦੀ ਪੂਰੀ ਜਾਣਕਾਰੀ ਨਹੀਂ ਲੈ ਸਕੇ। ਕੋਈ ਨਾ ਬੇਟਾ, ਆਪਣਾ ਮਨ ਸਾਫ਼ ਰੱਖੋ, ਕੁਝ ਨਹੀਂ ਹੁੰਦਾ। ਦਿਲਾਵਰ ਸਿੰਘ ਨੇ ਇਸ ਗੱਲੋਂ ਬਹੁਤੀ ਤਵੱਜੋ ਨਹੀਂ ਦਿੱਤੀ। 2-4 ਦਿਨਾਂ ਵਿੱਚ ਹੀ ਗੁਆਂਢੀਆਂ ਦੀਆਂ ਔਰਤਾਂ ਨੇ ਗੁਰਕਮਲ ਨੂੰ ਦੱਸਿਆ ਕਿ ਤੁਹਾਡੇ ਡੈਡੀ ਤਾਂ ਕਿੰਨਾ ਕਿੰਨਾ ਚਿਰ ਸਾਹਮਣੇ ਵਾਲੇ ਘਰ ਵੱਲ ਦੇਖਦਾ ਰਹਿੰਦਾ। ਗੁਰਕਮਲ ਨੂੰ ਇਹ ਗੱਲ ਸੁਣ ਕੇ ਧੱਕਾ ਜਿਹਾ ਲੱਗਿਆ। ਘਰ ਆ ਕੇ ਉਸਨੇ ਡੈਡੀ ਨੂੰ ਟੌਂਟ ਜਿਹੀ ਮਾਰੀ। ਡੈਡੀ, ਮੈਨੂੰ ਲੱਗਦਾ ਤੁਸੀਂ ਉਸ ਘਰ ਵਿੱਚ ਕਿੰਨੇ ਬੰਦੇ ਅਤੇ ਔਰਤਾਂ ਆਉਂਦੇ ਹੋ ਦੀ ਗਿਣਤੀ ਕਰਦੇ ਹੋ। ਨਹੀਂ ਪੁੱਤ, ਇਹੋ ਜਿਹੀ ਕੋਈ ਗੱਲ ਨਹੀਂ। ਅੰਦਰ ਬੈਠੇ ਬੈਠੇ ਬੋਰ ਹੋਣਾ ਨਾਲੋਂ ਥੋੜ੍ਹਾ ਬਾਹਰ ਘੁੰਮ ਫਿਰ ਲੈਣਾ ਠੀਕ ਰਹਿੰਦਾ ਹੈ। ਪਰ ਗੁਆਂਢੀਆਂ ਦੀਆਂ ਔਰਤਾਂ ਦੀਆਂ ਗੱਲਾਂ ਨੇ ਗੁਰਕਮਲ ਨੂੰ ਚਿੰਤਾ ਵਿੱਚ ਪਾ ਦਿੱਤਾ। ਉਸਨੇ ਇਸ ਸੰਬੰਧੀ ਆਪਣੇ ਘਰ ਵਾਲੇ ਨਾਲ ਕੋਈ ਗੱਲ ਨਹੀਂ ਕੀਤੀ, ਪਰ ਕਿਸੇ ਗੁਆਂਢੀਆਂ ਨੂੰ ਡੈਡੀ ਪ੍ਰਤੀ ਚੌਕੰਨੇ ਜ਼ਰੂਰ ਕਰ ਦਿੱਤਾ। ਫਿਰ ਇੱਕ ਦਿਨ ਦਿਲਾਵਰ ਸਿੰਘ ਨੇ ਗੁਆਂਢ ਦੀਆਂ ਔਰਤਾਂ ਨੇ ਉਸ ਬੁੱਢੀ ਦੇ ਘਰੋਂ ਨਿਕਲਦਿਆਂ ਦੇਖ ਲਿਆ। ਇੱਕਦਮ 2-4 ਔਰਤਾਂ ਉੱਥੇ ਇਕੱਠੀਆਂ ਹੋ ਗਈਆਂ। ਹੱਦ ਹੋ ਗਈ ਕੁੜੇ, ਸਾਡੇ ਵੀ ਆਦਮੀ ਇੱਥੇ ਰਹਿੰਦੇ ਹਨ, ਪਰ ਕਦੀ ਕੋਈ ਇਕੱਲਾ ਇਸ ਚੁੜੇਲ ਦੇ ਘਰ ਨਹੀਂ ਗਿਆ। ਇਸ ਬੁੜੇ ਨੂੰ ਤਾਂ ਇੱਥੋਂ ਆਏ ਨੂੰ ਅਜੇ 4 ਦਿਨ ਵੀ ਨਹੀਂ ਹੋਏ, ਇਹ ਜਾ ਵੜਿਆ ਉਹਦੇ ਘਰ। ਉਹ ਖੜੀਆਂ ਗੁਰਕਮਲ ਨੂੰ ਉਡੀਕਣ ਲੱਗੀਆਂ। ਗੁਰਕਮਲ ਦੀ ਸਕੂਟੀ ਦਿਖਾਈ ਦਿੱਤੀ। ਪਾਸ ਆਉਣ 'ਤੇ ਉਹਨਾਂ ਇਸ਼ਾਰੇ ਨਾਲ ਉਸ ਨੂੰ ਰੁਕਣ ਲਈ ਕਿਹਾ। ਗੁਰਕਮਲ ਸ਼ਰਮ ਆਉਂਦੀ ਹੈ ਕਹਿੰਦਿਆਂ ਨੂੰ, ਅੱਜ ਤੁਹਾਡੇ ਬੁੜੇ ਨੇ ਤਾਂ ਸ਼ਰਮ ਹੀ ਲਾ ਲਈ। ਜਾ ਵੜਿਆ ਉਸ ਕੁੱਤੀ ਦੇ ਘਰੇ। ਬਾਹਰ ਨਿਕਲਦੇ ਨੂੰ ਅਸੀਂ ਦੇਖਿਆ। ਜਾਂ ਤਾਂ ਭੈਣੇ ਆਪਣੇ ਬੁੜੇ ਨੂੰ ਘਰੇ ਭੇਜ ਦੇ, ਨਹੀਂ ਤਾਂ ਤੁਸੀਂ ਵੀ ਆਪਣਾ ਹੋਰ ਕੋਈ ਟਿਕਾਣਾ ਦੇਖ ਲਵੋ। ਲੁੱਚੇ ਨਾਲ ਲੁੱਚੇ ਬਣਨ ਵਾਲਿਆਂ ਨਾਲ ਅਸੀਂ ਕੋਈ ਲਿਹਾਜ਼ ਨਹੀਂ ਕਰਨਾ। ਸੁਣ ਕੇ ਗੁਰਕਮਲ ਦਾ ਇੱਕ ਸਾਹ ਉੱਤੇ ਇੱਕ ਹੇਠਾਂ ਰਹਿ ਗਿਆ। ਇਹ ਕੌੜੇ ਬੋਲ ਸੁਣ ਕੇ ਉਸਨੂੰ ਧਰਤੀ ਵਿਹਲ ਨਹੀਂ ਦੇ ਰਹੀ ਸੀ। ਗੁਰਕਮਲ ਨੂੰ ਅੱਗ ਲਾ ਕੇ ਉਹ ਆਪਣੇ ਘਰ ਜਾ ਵੜੀਆਂ। ਗੁਰਕਮਲ ਗੁੱਸੇ ਨਾਲ ਕੰਬਦੀ ਹੋਈ ਆਪਣੇ ਘਰ ਆ ਗਈ। ਸਕੂਟੀ ਖੜੀ ਕਰਕੇ ਉਹ ਸਿੱਧੀ ਉਸ ਕਮਰੇ ਵਿੱਚ ਗਈ ਜਿੱਥੇ ਦਿਲਾਵਰ ਸਿੰਘ ਬੈਠਾ ਹੋਇਆ ਸੀ। ਡੈਡੀ, ਅਸੀਂ ਤਾਂ ਤੁਹਾਨੂੰ ਬਹੁਤ ਸਿਆਣਾ ਬੰਦਾ ਸਮਝਦੇ ਸੀ, ਪਰ ਤੁਸੀਂ ਤਾਂ ਹੱਦ ਦਰਜੇ ਦੇ ਕਮੀਨੇ ਅਤੇ ਗਿਰੇ ਹੋਏ ਇਨਸਾਨ ਨਿਕਲੇ। ਮੈਨੂੰ ਤਾਂ ਤੁਹਾਨੂੰ ਬਾਪ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ। ਤੁਸੀਂ ਛਟੀ ਹੋਈ ਔਰਤ ਦੇ ਘਰ ਵੜ ਗਏ, ਤੁਹਾਨੂੰ ਸ਼ਰਮ ਨਹੀਂ ਆਈ ਉੱਥੇ ਜਾਂਦਿਆਂ ਹੋਇਆਂ? ਜਦ ਮੈਂ ਤੁਹਾਨੂੰ ਉਸ ਬਾਰੇ ਸਾਰਾ ਕੁਝ ਦੱਸ ਚੁੱਕੀ ਸਾਂ, ਤੁਸੀਂ ਹੁਣ ਆਪਣਾ ਬੈਗ ਚੁੱਕੋ ਅਤੇ ਇੱਥੋਂ ਚਲੇ ਜਾਓ। ਅਜੇ 4 ਦਿਨ ਹੋਏ ਨਹੀਂ ਤੁਹਾਨੂੰ ਇੱਥੇ ਆਇਆਂ ਨੂੰ, ਤੁਸੀਂ ਸਾਡਾ ਜੀਣਾ ਹਰਾਮ ਕੀਤਾ ਹੋਇਆ। ਦਿਲਾਵਰ ਸਿੰਘ ਕੁਝ ਨਾ ਬੋਲਿਆ। ਉਸਨੇ ਆਪਣਾ ਕੱਪੜਾ ਲੀੜਾ ਬੈਗ 'ਚ ਪਾਇਆ ਅਤੇ ਘਰੋਂ ਬਾਹਰ ਹੋ ਗਿਆ। ਨਿਰਮਲ ਸਿੰਘ ਥੋੜ੍ਹੀ ਦੇਰ ਬਾਅਦ ਘਰ ਆਇਆ। ਉਸਦਾ ਬਾਪ ਘਰ ਨਹੀਂ ਸੀ। ਉਸਦੇ ਪੁੱਛਣ 'ਤੇ ਭਰੀ ਪੀਤੀ ਗੁਰਕਮਲ ਨੇ ਜੋ ਹੋਇਆ ਆਪਣੇ ਪਤੀ ਨੂੰ ਦੱਸ ਦਿੱਤਾ। ਸੁਣ ਕੇ ਨਿਰਮਲ ਸਿੰਘ ਵੀ ਹੱਕਾ ਬੱਕਾ ਰਹਿ ਗਿਆ। ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ, ਕਮਲ, ਜੋ ਤੂੰ ਕੀਤਾ ਉਹ ਠੀਕ ਨਹੀਂ ਕੀਤਾ। ਕੀ ਤੂੰ ਉਹਨਾਂ ਨੂੰ ਤੇ ਇੱਥੋਂ ਜਾਣ ਦਾ ਕਾਰਨ ਪੁੱਛਿਆ ਸੀ? ਮੈਂ ਆਪਣੇ ਬਾਪ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਤੈਨੂੰ ਪਤਾ ਹੈ, ਮੇਰੀ ਮਾਂ ਮਰਨ ਤੋਂ ਬਾਅਦ ਸਿਰਫ ਮੇਰੇ ਲਈ ਉਹਨਾਂ ਨੇ ਫੌਜ ਦੀ ਨੌਕਰੀ ਛੱਡ ਦਿੱਤੀ ਸੀ। ਮੇਰੀ ਖਾਤਰ ਉਹਨਾਂ ਦੂਸਰਾ ਵਿਆਹ ਨਹੀਂ ਕਰਵਾਇਆ ਸੀ। ਅੱਜ ਤੱਕ ਸਾਰੇ ਪਿੰਡ ਵਿੱਚ ਉਹਨਾਂ 'ਤੇ ਕੋਈ ਉਂਗਲ ਨਹੀਂ ਚੁੱਕ ਸਕਿਆ। ਮੈਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਉਹ ਕੋਈ ਬੁਰਾ ਕੰਮ ਕਰਨਗੇ। ਘੱਟੋ ਘੱਟ ਤੈਨੂੰ ਆਰਾਮ ਨਾਲ ਪਹਿਲਾਂ ਉਹਨਾਂ ਤੋਂ ਉੱਥੇ ਜਾਣ ਦਾ ਕਾਰਨ ਪੁੱਛਣਾ ਚਾਹੀਦਾ ਸੀ। ਤੇਰੀ ਇੱਕ ਗਲਤੀ ਨੇ ਮੈਥੋਂ ਮੇਰਾ ਬਾਪ ਖੋਲਿਆ। ਨਿਰਮਲ ਸਿੰਘ ਇਸ ਤੋਂ ਅੱਗੇ ਕੁਝ ਨਾ ਬੋਲਿਆ। ਰਾਤ ਦੀ ਰੋਟੀ ਉਸਨੇ ਖਾਧੀ ਨਹੀਂ। ਹੁਣ ਗੁਰਕਮਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ। ਦੋਹਾਂ ਤੀਵੀਂ ਆਦਮੀ ਵਿੱਚ ਦੂਰੀਆਂ ਵੱਧ ਗਈਆਂ। ਦੂਸਰੇ ਦਿਨ ਉਸ ਗੇਟ 'ਤੇ ਨੋ ਐਂਟਰੀ ਦੀ ਤਖਤੀ ਲੱਗੀ ਗਈ। ਫਿਰ 4-5 ਦਿਨ ਗੇਟ ਬੰਦ ਰਿਹਾ। ਉਸ ਤੋਂ ਅਗਲੇ ਦਿਨ ਗੇਟ ਨੂੰ ਜਿੰਦਰਾ ਲੱਗ ਗਿਆ। ਸਾਰੇ ਲੋਕੀ ਹੈਰਾਨ ਸਨ ਕਿ ਆਖਰ ਇਹ ਸਭ ਕਿਵੇਂ ਹੋ ਗਿਆ। ਆਖਰ ਇਹ ਔਰਤ ਗਈ ਤਾਂ ਕਿੱਥੇ ਗਈ? ਲੋਕੀ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਆਰਾਈਆਂ ਲਗਾ ਰਹੇ ਸਨ। ਕੋਈ ਕਹਿ ਰਿਹਾ ਸੀ
ਕਿ ਸ਼ਾਇਦ ਉਸ ਨੂੰ ਪੁਲਿਸ ਚੁੱਕ ਕੇ ਲੈ ਗਈ ਹੋਵੇ, ਸ਼ਾਇਦ ਉਸ ਦਾ ਕੋਈ ਰਿਸ਼ਤੇਦਾਰ ਨਿਕਲ ਆਇਆ ਹੋਵੇ, ਉਹ ਉਸ ਨੂੰ ਆਪਣੇ ਨਾਲ ਲੈ ਗਿਆ ਹੋਵੇ। ਗੁਰਕਮਲ ਵੀ ਹੈਰਾਨ ਸੀ ਕਿ ਸਾਹਮਣੇ ਵਾਲਾ ਘਰ ਆਖਰ ਬੰਦ ਕਿਉਂ ਹੋ ਗਿਆ। ਉਹ ਆਪਣੇ ਆਦਮੀ ਨਾਲ ਇਸ ਸੰਬੰਧੀ ਗੱਲ ਕਰਨਾ ਚਾਹੁੰਦੀ ਸੀ, ਪਰ ਨਿਰਮਲ ਨੇ ਤਾਂ ਖਾਮੋਸ਼ੀ ਧਾਰਨ ਕੀਤੀ ਹੋਈ ਸੀ। ਉਹ ਆਪਣੇ ਬਾਪ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕਿਆ। ਥੋੜ੍ਹੇ ਦਿਨ ਬਾਅਦ ਨਿਰਮਲ ਸਿੰਘ ਨੂੰ ਸਕੂਲੇ ਇੱਕ ਬੰਦਾ ਲਿਫਾਫਾ ਡਾਕ ਰਾਹੀਂ ਦੇ ਆਇਆ। ਲਿਫਾਫੇ ਦੇ ਬਾਹਰ ਭੇਜਣ ਵਾਲੇ ਦਾ ਕੋਈ ਨਾਮ ਤੇ ਐਡਰੈਸ ਨਹੀਂ ਲਿਖਿਆ ਹੋਇਆ ਸੀ। ਛੁੱਟੀ ਹੋਣ ਵਾਲੀ ਸੀ। ਨਿਰਮਲ ਸਿੰਘ ਨੇ ਉਹ ਲਿਫਾਫਾ ਬੈਗ ਆਪਣੇ ਵਿੱਚ ਪਾ ਲਿਆ। ਘਰ ਜਾ ਕੇ ਆਪਣੇ ਕਮਰੇ ਵਿੱਚ ਉਸਨੇ ਲਿਫਾਫਾ ਖੋਲ੍ਹਿਆ। ਉਸ ਵਿੱਚ ਇੱਕ ਚਿੱਠੀ ਸੀ। ਉਸਨੇ ਪੜ੍ਹਨਾ ਸ਼ੁਰੂ ਕੀਤਾ। ਮੇਰੇ ਪਿਆਰੇ ਪੁੱਤਰ ਜੀ, ਇੱਕ ਬਹੁਤ ਹੀ ਬੁਰੀ ਮਾਂ ਦੀ ਫਤਿਹ ਕਬੂਲ ਕਰੀ। ਇਸ ਬੁਰੀ ਤੇ ਗੰਦੀ ਔਰਤ ਨੂੰ ਸਮਾਜ ਦਾ ਬਹੁਤਾ ਹਿੱਸਾ ਨਫ਼ਰਤ ਕਰਦਾ ਹੈ। ਐਸੀ ਭੈੜੀ ਔਰਤ ਨੂੰ ਤੂੰ ਮਾਂ ਕਹਿ ਕੇ ਜਦੋਂ ਬੁਲਾਇਆ ਤਾਂ ਅਚਾਨਕ ਮੇਰੇ ਅੰਦਰੋਂ ਅੰਮ੍ਰਿਤ ਘੁਲ ਤੇਰੇ ਮੂੰਹੋਂ ਨਿਕਲੇ ਦੋ ਬੋਲ ਮਾਂ, ਜਿਸ ਨੂੰ ਸੁਣਨ ਲਈ ਮੇਰੇ ਕੰਨ ਕਈਆਂ ਸਾਲਾਂ ਤੋਂ ਤਰਸੇ ਸਨ। ਤੇਰੇ ਦੋ ਪਿਆਰ ਬੋਲਾਂ ਨੇ ਮੈਨੂੰ ਔਰਤ ਦਾ ਦਰਜਾ ਦਿੱਤਾ। ਮੈਂ ਤਾਂ ਆਸ ਛੱਡ ਦਿੱਤੀ ਸੀ ਕਿ ਕੋਈ ਮੈਨੂੰ ਮਾਂ ਕਹਿ ਕੇ ਬੁਲਾਏਗਾ। ਫਿਰ ਉਸ ਔਰਤ ਨੇ, ਜਿਸ ਦਾ ਸਾਰਾ ਸਰੀਰ, ਜਿਸ ਦੀ ਸਾਰੀ ਰਿਹਾਇਸ਼ ਗੰਦਗੀ ਨਾਲ ਭਰੀ ਹੋਵੇ, ਪਰ ਕੀ ਉਸ ਨੂੰ ਵੀ ਕੋਈ ਮਾਂ ਕਹਿ ਕੇ ਬੁਲਾ ਸਕਦਾ? ਤੂੰ ਕਿੱਥੋਂ ਇੱਕ ਫਰਿਸ਼ਤਾ ਆਇਆ ਜਿਸ ਨੇ ਮੈਨੂੰ ਮਾਂ ਕਹਿ ਕੇ ਬੁਲਾਇਆ ਤੇ ਪਲਾਂ ਵਿੱਚ ਹੀ ਮੇਰੀ ਸਾਰੀ ਜ਼ਿੰਦਗੀ ਦਾ ਨਰਕ ਧੋ ਸੁੱਟਿਆ। ਕਾਸ਼ ਤੂੰ ਅੱਜ ਤੋਂ 50 ਸਾਲ ਪਹਿਲਾਂ ਮੇਰੀ ਗੋਦ ਵਿੱਚ ਆਇਆ ਹੁੰਦਾ ਤਾਂ ਮੈਂ ਇਸ ਸਮਾਜ ਵੱਲੋਂ ਮਾਰੇ ਗਏ ਥਪੇੜਿਆਂ ਨੂੰ ਹੱਸ ਹੱਸ ਕੇ ਆਪਣੇ ਜਿਸਮ 'ਤੇ ਸਹਿ ਲੈਂਦੀ। ਤੂੰ ਮਾਂ ਕਹਿ ਕੇ ਮੈਨੂੰ ਧਨ ਕਰ ਦਿੱਤਾ। ਮੇਰੇ ਬੱਚੇ, ਮੈਂ ਤਾਂ 7 ਜਨਮਾਂ ਤੱਕ ਤੇਰਾ ਅਹਿਸਾਨ ਨਹੀਂ ਭੁੱਲ ਸਕਾਂਗੀ। ਮੇਰੇ ਬੱਚੇ, ਮੈਂ ਇਹ ਰਸਤਾ ਕਿਉਂ ਅਖਤਿਆਰ ਕੀਤਾ, ਉਸ ਬਾਰੇ ਤੈਨੂੰ ਦੱਸਣਾ ਜ਼ਰੂਰੀ ਸਮਝਦੀ ਹਾਂ। ਜਦ ਮੈਂ ਛੋਟੀ ਸੀ ਤਾਂ ਮੇਰੇ ਬਾਪ ਨੇ ਮੇਰੀ ਮਾਂ ਦੇ ਸਾਹਮਣੇ ਹੀ ਘਰ ਵਿੱਚ ਦੂਜੀ ਔਰਤ ਲੈ ਆਂਦੀ, ਮੇਰੀ ਮਾਂ ਦੇ ਵਿਰੋਧ ਕਰਨ 'ਤੇ, ਕਿਉਂਕਿ ਕੋਈ ਵੀ ਔਰਤ ਆਪਣੇ ਹੀ ਘਰ ਵਿੱਚ ਸੌਕਣ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਮੇਰਾ ਬਾਪ ਮੇਰੀ ਮਾਂ ਨੂੰ ਬੁਰੀ ਤਰ੍ਹਾਂ ਮਾਰਨ ਲੱਗਾ। ਇਹ ਮਾਰਨ ਕੁੱਟਣ ਦਾ ਸਿਲਸਿਲਾ ਹਰ ਰੋਜ਼ ਚੱਲਣ ਲੱਗਾ। ਇੱਕ ਦਿਨ ਮੇਰੀ ਮਾਂ ਗਈ। ਮੈਂ ਛੋਟੀ ਸਾਂ, ਮੈਨੂੰ ਪਤਾ ਨਹੀਂ ਉਹ ਵਿਚਾਰੀ ਕੁਦਰਤੀ ਮੌਤ ਮਰੀ ਜਾਂ ਮੇਰੇ ਪਿਓ ਨੇ ਉਸ ਨੂੰ ਮਾਰ ਦਿੱਤਾ। ਉਸ ਤੋਂ ਬਾਅਦ ਮੈਂ ਵੀ ਮਾਂ ਪਿਓ ਹੱਥੋਂ ਕੁੱਟ ਖਾਂਦੀ ਹੋਈ ਵੱਡੀ ਹੋਈ। ਮੇਰੀ ਆਪਣੀ ਮਾਂ ਨੇ ਮੈਨੂੰ ਸਕੂਲੇ ਪੜ੍ਹਨੇ ਪਾ ਦਿੱਤਾ ਸੀ। ਮੇਰੇ ਮਾਂ ਦੇ ਮਰਨ ਤੋਂ ਬਾਅਦ ਮੇਰੀ ਮਤਰੇਈ ਮਾਂ ਨੇ ਮੈਨੂੰ ਪੜ੍ਹਨੋਂ ਹਟਾ ਦਿੱਤਾ। ਇਸ ਵੇਲੇ ਮੇਰੀ ਉਮਰ ਮਸਾਂ 15-16 ਦੀ ਹੋਵੇਗੀ ਜਦ ਇੱਕ ਰਾਤ ਮੇਰੇ ਤੇ ਮੇਰੇ ਬਾਪ ਨੇ ਮੈਨੂੰ ਜ਼ਬਰਦਸਤੀ ਕਿਸੇ ਦੀ ਗੱਡੀ ਵਿੱਚ ਬਿਠਾ ਦਿੱਤਾ। ਮੈਂ ਡੌਰ ਭਰ ਹੋਈ ਉਹਨਾਂ ਵੱਲ ਵੇਖੀ ਜਾ ਰਹੀ ਸੀ। ਇਹ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਜਦ ਉਹ ਮੇਰੇ ਨਾਲ ਸਰੀਰਕ ਸੰਬੰਧ ਬਣਾਉਣ ਲੱਗੇ। ਮੇਰੇ ਵਿਰੋਧ ਕਰਨ 'ਤੇ ਉਹਨਾਂ ਦੱਸਿਆ ਕਿ ਉਹ ਮੈਨੂੰ ਖਰੀਦ ਕੇ ਲਿਆਏ ਹਨ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਇੱਕ ਕੁੜੀ ਨਹੀਂ, ਮੈਂ ਭੇਡ ਬੱਕਰੀ ਹਾਂ। ਮਾਸੂਮ ਜਾਨਵਰ ਤਾਂ ਕਿੱਲੇ ਨਾਲ ਵੱਜਿਆ ਰਹਿੰਦਾ ਹੈ, ਚਾਹੇ ਉਸ ਨੂੰ ਚਾਰਾ ਦਿਓ ਜਾਂ ਨਾ ਦਿਓ, ਜਾਂ ਮਾਰੋ ਕੁੱਟੋ, ਉਸ ਨੂੰ ਤਾਂ ਬਸ ਜ਼ੁਬਾਨ ਬੰਦ ਰੱਖਣੀ ਹੈ। ਉਹ 3 ਭਰਾ ਸਨ। ਪਿੰਡੋਂ ਬਾਹਰ ਉਹਨਾਂ ਦੇ ਇੱਕ ਡੇਰਾ ਸੀ ਜਿੱਥੇ ਮੇਰੀਆਂ ਚੀਖਾਂ ਦੀਵਾਰਾਂ ਨਾਲ ਟਕਰਾ ਕੇ ਦਫਨ ਹੁੰਦੀਆਂ ਗਈਆਂ। ਉੱਥੇ ਮੈਂ ਤਕਰੀਬਨ 10 ਸਾਲ ਰਹੀ। ਬਹੁਤ ਵਾਰ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਮੇਰੀ ਬਦਕਿਸਮਤੀ, ਮੈਂ ਮਾਂ ਨਾ ਬਣ ਸਕੀ। ਅਗਰ ਮੈਂ ਮਾਂ ਬਣ ਜਾਂਦੀ, ਮੈਂ ਉਸ ਨੰਨੇ ਬੱਚੇ ਨੂੰ ਹਿੱਕ ਨਾ ਲਾ ਕੇ ਉਹਨਾਂ ਦੇ ਜ਼ੁਲਮੋ ਸਿਤਮ ਹੱਸ ਹੱਸ ਕੇ ਸਹਾਰ ਲੈਂਦੀ, ਪਰ ਕਿਸਮਤ ਵਿੱਚ ਮੈਨੂੰ ਮਾਂ ਬਣਨਾ ਨਸੀਬ ਨਾ ਹੋਇਆ। ਇੱਕ ਬਾਂਝ ਔਰਤ ਦਾ ਮੇਰੇ 'ਤੇ ਠੱਪਾ ਲੱਗ ਗਿਆ। ਫਿਰ ਇੱਕ ਰਾਤ 2 ਭਰਾ ਕਿਸੇ ਕੰਮੋਂ ਬਾਹਰ ਗਏ ਹੋਏ ਸਨ। ਉਹਨਾਂ ਦਾ ਤੀਸਰਾ ਭਰਾ ਮੇਰੀ ਰਾਖੀ ਲਈ ਘਰੇ ਸੀ। ਮੈਂ ਰਾਤ ਨੂੰ ਉਸ ਨੂੰ ਜ਼ਿਆਦਾ ਨਸ਼ਾ ਪਿਲਾ ਦਿੱਤਾ। ਜਦੋਂ ਬੇਹੋਸ਼ ਹੋ ਗਿਆ ਤਾਂ ਮੈਂ ਉੱਥੋਂ ਦੌੜ ਭੱਜ ਗਈ। ਰਾਤ ਨੂੰ ਮੈਂ ਦੌੜਦੀ ਸੜਕ 'ਤੇ ਆ ਗਈ। ਹੱਥ ਦੇ ਕੇ ਮੈਂ ਕਿਸੇ ਟੈਂਪੂ ਨੂੰ ਰੋਕਿਆ ਤੇ ਕਿਸੇ ਦੂਸਰੇ ਸ਼ਹਿਰ ਆ ਗਈ। ਉਹਨਾਂ ਨੇ ਵੀ ਆਪਣੀ ਹਵਸ ਪੂਰੀ ਕਰਕੇ ਮੇਰੀ ਮਜਬੂਰੀ ਦਾ ਫਾਇਦਾ ਉਠਾਇਆ। ਕਿਸੇ ਵੀ ਭਲੇ ਮਾਨਸ ਨੇ ਮੈਨੂੰ ਸਹਾਰਾ ਨਾ ਦਿੱਤਾ। ਮੈਂ ਹੱਥੋਂ ਹੱਥ ਵਿਕਦੀ ਰਹੀ। ਮੇਰਾ ਹੁਸਨ, ਮੇਰੀ ਜਵਾਨੀ ਮੇਰੇ ਦੁਸ਼ਮਣ ਬਣ ਗਏ। ਅਖੀਰ ਮਰਦੀ ਕੀ ਨਾ ਕਰਦੀ, ਇਸ ਗੰਦਗੀ ਵਿੱਚ ਧੱਸਦੀ ਗਈ। ਹੌਲੀ ਹੌਲੀ ਮੈਂ ਇਸ ਧੰਦੇ ਵਿੱਚ ਹੁਸ਼ਿਆਰ ਹੁੰਦੀ ਗਈ ਤੇ ਉੱਪਰਲੇ ਬੰਦਿਆਂ ਨਾਲ ਮੇਰੀ ਜਾਣ ਪਛਾਣ ਬਣਦੀ ਗਈ। ਮੇਰੀ ਝੋਲੀ ਪੈਸਿਆਂ ਨਾਲ ਭਰਦੀ ਗਈ। ਫਿਰ ਮੈਂ ਇਸ ਮੁਹੱਲੇ ਵਿੱਚ ਇੱਕ ਕੋਠੀ ਖਰੀਦ ਲਈ।
ਫਿਰ ਮੈਂ ਲੋਕਾਂ ਦੇ ਦਰਾਂ 'ਤੇ ਨਹੀਂ ਜਾਂਦੀ ਸੀ, ਲੋਕੀ ਮੇਰੇ ਦਰ 'ਤੇ ਆਉਣ ਲੱਗੇ। ਉੱਪਰਲੇ ਸਾਰੇ ਜਿਨ੍ਹਾਂ ਦੇ ਹੱਥਾਂ ਵਿੱਚ ਸਰਕਾਰੀ ਤਾਕਤ ਹੁੰਦੀ ਹੈ, ਉਹਨਾਂ ਸਾਰਿਆਂ ਦੀ ਮੈਂ ਜ਼ੁਬਾਨ ਬੰਦ ਕੀਤੀ ਹੋਈ ਸੀ। ਫਿਰ ਇੱਕ ਚੀਜ਼ ਜੋ ਮੇਰੇ ਸੀਨੇ ਵਿੱਚ ਮੈਨੂੰ ਸੇਕਦੇ ਰਹੀ ਸੀ, ਉਹ ਸੀ ਕਿ ਮੈਂ ਮਾਂ ਨਾ ਬਣ ਸਕੀ। ਕੋਈ ਨਹੀਂ ਸੀ ਜੋ ਮੈਨੂੰ ਮਾਂ ਕਹਿ ਕੇ ਬੁਲਾਵੇ। ਮੈਂ ਹੁਣ 75 ਤਰ੍ਹਾਂ ਤੋਂ ਉੱਪਰ ਦੀ ਹੋ ਗਈ ਹਾਂ ਅਤੇ ਇਸ ਨੂੰ ਛੱਡ ਚੁੱਕੀ ਹਾਂ। ਪਰ ਉਸ ਦਿਨ ਜਦ ਤੂੰ ਮੇਰੇ ਪਾਸ ਆਇਆ, ਤੇਰੇ ਬੋਲਾਂ ਨੇ ਮੇਰੇ ਤਰਸਦੇ ਕੰਨਾਂ ਵਿੱਚ ਸ਼ਹਿਦ ਘੋਲ ਦਿੱਤਾ। ਜਦ ਤੂੰ ਮੈਨੂੰ ਮਾਂ ਕਹਿ ਕੇ ਸੰਬੋਧਨ ਕੀਤਾ, ਮਾਂ ਤੂੰ ਮਾਂ ਹੋ ਕੇ ਇਹ ਨੀਚ ਕੰਮ ਕਿਉਂ ਕਰ ਰਹੀ ਏ? ਮਾਵਾਂ ਤਾਂ ਬੁਰੇ ਕੰਮਾਂ ਤੋਂ ਬੱਚਿਆਂ ਨੂੰ ਰੋਕਦੀਆਂ ਨੇ, ਅਤੇ ਤੂੰ ਆਪ ਹੀ ਇਹ ਬੁਰੇ ਕੰਮ ਕਰ ਰਹੀ ਏ। ਬੰਦ ਕਰ ਇਹ ਸਭ। ਇਸ ਨਾਲ ਆਸ-ਪਾਸ ਰਹਿੰਦੇ ਪਰਿਵਾਰਾਂ ਦੇ ਬੱਚਿਆਂ 'ਤੇ ਵੀ ਬੁਰਾ ਅਸਰ ਪੈਂਦਾ ਏ। ਇਹ ਬੋਲ ਕੇ ਵਾਪਸ ਚਲਾ ਗਿਆ। ਅਚਾਨਕ ਤੇਰੇ ਮੂੰਹੋਂ ਨਿਕਲੇ ਲਫ਼ਜ਼, ਜਿਸ ਨੂੰ ਸੁਣਨ ਲਈ ਵਰ੍ਹਿਆਂ ਤੋਂ ਮੇਰੇ ਕੰਨ ਤਰਸ ਰਹੇ ਸਨ। ਇਹ ਸੁਣ ਕੇ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕੀ ਮੈਂ ਸੁਪਨਾ ਤਾਂ ਨਹੀਂ ਦੇਖ ਰਹੀ। ਪਲਾਂ ਵਿੱਚ ਹੀ ਤੂੰ ਇੱਕ ਨੰਨਾ ਬੱਚਾ ਬਣ ਕੇ ਮੇਰੇ ਸਾਹਮਣੇ ਖੜ੍ਹ ਕੇ ਮੈਨੂੰ ਮਾਂ ਕਹਿ ਰਿਹਾ ਏ। ਮੈਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੇਰਾ ਬੱਚਾ ਮੈਨੂੰ ਝਿੜਕ ਰਿਹਾ ਹੈ, ਮਾਂ ਇਹ ਗੰਦਾ ਕੰਮ ਨਾ ਕਰ। ਕਾਸ਼ 50 ਸਾਲ ਪਹਿਲਾਂ ਇਹ ਬੋਲ ਮੇਰੇ ਕੰਨਾਂ ਵਿੱਚ ਪਏ ਹੁੰਦੇ ਤਾਂ ਮੈਂ ਇਸ ਗੰਦਗੀ ਵਿੱਚ ਨਾ ਫਸਦੀ। ਤੂੰ ਚਲਾ ਗਿਆ, ਮੈਂ ਸੁੰਨ ਹੋਈ ਤੈਨੂੰ ਦੇਖੀ ਜਾਂਦੀ ਰਹੀ। ਮੈਂ ਤੈਨੂੰ ਵਾਪਸ ਆਪਣੇ ਪਾਸ ਆਉਣ ਨੂੰ ਆਵਾਜ਼ ਮਾਰਨੀ ਚਾਹੁੰਦੀ ਸਾਂ, ਪਰ ਮੇਰੇ ਮੂੰਹੋਂ ਤਾਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਮੇਰੀ ਹਨੇਰੀ ਜ਼ਿੰਦਗੀ ਵਿੱਚ ਤੇਰੇ ਬੋਲਾਂ ਦੀਆਂ ਸੁਨਹਿਰੀ ਕਿਰਨਾਂ ਨਾਲ ਚਾਨਣ ਦੀ ਚਾਨਣ ਬਿਖੇਰ ਦਿੱਤੀ। ਮੈਂ ਥੋੜ੍ਹੀ ਦੇਰ ਬਾਅਦ ਤੇਰੇ ਪਿੱਛੇ ਆਪਣਾ ਬੰਦਾ ਭੇਜਿਆ। ਫਿਰ ਤੇਰੇ ਮੁਖੜੇ ਨੂੰ ਨਿਹਾਰਨਾ ਚਾਹੁੰਦੀ ਸਾਂ, ਪਰ ਤੂੰ ਜਾ ਚੁੱਕਾ ਸੀ। ਤੂੰ ਤਾਂ ਮੇਰੇ ਸਾਹਮਣੇ ਹੀ 10 ਕਰਮਾਂ 'ਤੇ ਕੁਝ ਦਿਨਾਂ ਤੋਂ ਆਇਆ ਹੋਇਆ ਸੈਂ। ਤੇਰੇ ਪਰਿਵਾਰ 'ਤੇ ਮੇਰੇ ਸਾਹਮਣੇ ਹੀ ਰਹਿੰਦਾ ਹੈ। ਤੇਰਾ ਪੁੱਤਰ, ਤੇਰੀ ਨੂੰਹ ਰਾਣੀ ਅਤੇ ਮੇਰਾ ਪਿਆਰਾ ਪੜਪੋਤਾ, ਜਿਨ੍ਹਾਂ ਨੂੰ ਮੈਂ ਚਾਹ ਕੇ ਵੀ ਆਪਣਾ ਪਿਆਰ ਨਹੀਂ ਜਤਾ ਸਕਦੀ। ਮੈਂ ਕਿਵੇਂ ਆਪਣੇ ਪੜਪੋਤੇ ਨੂੰ ਹਿੱਕ ਨਾਲ ਲਾ ਕੇ ਆਪਣੀ ਤੜਫਦੀ ਰੂਹ ਨੂੰ ਸ਼ਾਂਤ ਕਰਦੀ, ਕਿਉਂਕਿ ਮੇਰੇ ਵਰਗੀ ਮਨਹੂਸ ਅਤੇ ਗੰਦੀ ਔਰਤ ਕਿਵੇਂ ਉਹਨਾਂ ਦੀਆਂ ਪਵਿੱਤਰ ਰੂਹਾਂ ਦਾ ਸਾਹਮਣਾ ਕਰ ਸਕਦੀ ਸੀ। ਦੂਸਰੇ ਦਿਨ ਮੈਂ ਆਪਣੇ ਗੇਟ 'ਤੇ ਨੋ ਐਂਟਰੀ ਦਾ ਬੋਰਡ ਲਗਾ ਦਿੱਤਾ। ਫਿਰ ਮੈਂ ਉਹ ਕੰਮ ਕਰਕੇ ਜੋ ਮੈਨੂੰ ਕਰਨਾ ਚਾਹੀਦਾ ਸੀ। ਘਰ ਨੂੰ ਤਾਲਾ ਲਗਾ ਕੇ ਤੀਰਥ ਸਥਾਨਾਂ 'ਤੇ ਦਰਸ਼ਨ ਕਰਨ ਜਾ ਰਹੀ ਹਾਂ ਕਿ ਰਹਿੰਦੇ ਸਵਾਸਾਂ ਤੱਕ ਤਾਂ ਆਪ ਉੱਪਰ ਵਾਲੇ ਬੰਦਗੀ ਕਰ ਸਕਾਂ, ਤਾਂ ਜੋ ਮੇਰੇ ਕੀਤੇ ਗਲਤ ਕੰਮ ਮਾਫ਼ ਹੋ ਸਕਣ। ਅੰਤ ਵਿੱਚ ਮੇਰੇ ਬੱਚੇ ਮੈਨੂੰ ਮਾਫ਼ ਕਰ ਦੇਵੀਂ। ਮੈਂ ਸੱਚੇ ਦਿਲੋਂ ਤੈਨੂੰ ਆਪਣੇ ਪੁੱਤਰ ਮੰਨ ਚੁੱਕੀ ਹਾਂ। ਇਸ ਲਈ ਬੇਟੇ, ਮੈਂ ਆਪਣੇ ਹੋਸ਼ੋ-ਹਵਾਸ ਨਾਲ ਆਪਣੀ ਸਾਰੀ ਸੰਪਤੀ, ਜਿਸ ਵਿੱਚ ਮੇਰੀ ਇੱਕ ਕੋਠੀ ਅਤੇ ਮੇਰਾ ਬੈਂਕ ਬੈਲੈਂਸ ਅੱਜ ਦੀ ਤਰੀਕ ਤੋਂ ਤੇਰੇ ਨਾਂ ਵਸੀਅਤ ਕਰ ਰਹੀ ਹਾਂ, ਕਿਉਂਕਿ ਤੇਰੇ ਤੋਂ ਸਿਵਾਏ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ। ਮੇਰੇ ਬੱਚੇ, ਇਸ ਨੂੰ ਲੈਣ ਤੋਂ ਇਨਕਾਰ ਨਾ ਕਰੀਂ। ਇਸ ਕੋਠੀ ਵਿੱਚ ਫੈਲੀ ਗੰਦਗੀ ਨੂੰ ਚੰਗੇ ਕੰਮ ਕਰਕੇ ਧੋ ਸੁੱਟੀਂ। ਇਸ ਕੋਠੀ ਵਿੱਚ ਗਰੀਬ ਗੁਰਬਿਆਂ ਨੂੰ ਸਹਾਰਾ ਦੇਵੀਂ। ਇਸ ਸਮਾਜ ਦੀਆਂ ਮੇਰੇ ਵਰਗੀਆਂ 27 ਲੜਕੀਆਂ ਨੂੰ ਆਸਰਾ ਦੇਵੀਂ। ਮੇਰੇ ਸਾਰੇ ਪੈਸੇ ਜੋ ਮੇਰੇ ਇਹਨਾਂ ਅਕਾਊਂਟਸ ਵਿੱਚ ਹਨ, ਸਮਾਜ ਭਲਾਈ ਦੇ ਕੰਮ ਵਿੱਚ ਖਰਚ ਕਰੀਂ। ਮੇਰੇ ਚੰਗੇ ਕੰਮਾਂ ਨਾਲ ਧੋਤੀ ਹੋਈ ਕੋਠੀ ਨੂੰ ਆਸਰਾ ਘਰ ਦਾ ਨਾਮ ਦੇਵੀਂ। ਮੇਰੀ ਆਖਰੀ ਇੱਛਾ ਹੈ ਕਿ ਮੇਰੇ ਬੱਚੇ ਇੱਕ ਬੁਰੀ ਮਾਂ ਆਪਣੇ ਪੁੱਤਰ ਕੋਲੋਂ ਕੀਤੇ ਚੰਗੇ ਕੰਮਾਂ ਨਾਲ ਸ਼ਾਇਦ ਨਰਕਾਂ ਵਿੱਚ ਜਾਣ ਤੋਂ ਬਚ ਸਕੇ। ਹੋ ਸਕੇ ਤਾਂ ਸਮਾਜ ਦੀ ਸਤਾਈ ਹੋਈ ਇੱਕ ਬੁਰੀ ਨੂੰ ਮਾਫ਼ ਕਰ ਦੇਵੀਂ। ਮੇਰੇ ਬੱਚੇ। ਚਿੱਠੀ ਪੜ੍ਹ ਕੇ ਨਿਰਮਲ ਸਿੰਘ ਦੇ ਹੰਝੂ ਲਗਾਤਾਰ ਗਿਰਨ ਲੱਗੇ। ਉਹ ਆਪਣੇ ਰੁਮਾਲ ਨਾਲ ਉਹਨਾਂ ਨੂੰ ਸਾਫ਼ ਕਰਨ ਲੱਗਾ। ਕੀ ਹੋਇਆ ਜੀ? ਕਿਸ ਦੀ ਹੈ ਚਿੱਠੀ? ਸਭ ਠੀਕ ਠਾਕ ਤਾਂ ਹੈ? ਨਿਰਮਲ ਸਿੰਘ ਨੇ ਚਿੱਠੀ ਆਪਣੀ ਘਰਵਾਲੀ ਨੂੰ ਫੜਾ ਦਿੱਤੀ। ਧੰਨਵਾਦ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।